ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨੂੰ 65,000 H1B ਵੀਜ਼ਾ ਲਈ ਮਿਲੀਆਂ ਅਰਜ਼ੀਆਂ। ਬਾਈਡਨ ਨੇ ਯੂਕਰੇਨ ਦੇ ਲੋਕਾਂ ਨਾਲ ਦਿਖਾਈ ਇਕਜੁੱਟਤਾ। ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ। ਯੂਕਰੇਨ ਨਹੀਂ ਜਾਏਗੀ ਅਮਰੀਕੀ ਫੌਜ। ਰੂਸ ਦੀ ਮਨਮਾਨੀ ਵੀ ਨਹੀਂ ਚੱਲੇਗੀ। ਬਾਈਡਨ ਵੱਲੋਂ ਕਈ ਵੱਡੇ ਐਲਾਨ। ਰਾਸ਼ਟਰਪਤੀ ਬਾਈਡਨ ਨੇ ਕੀਤਾ ਵੱਡਾ ਐਲਾਨ। ਅਮਰੀਕੀਆਂ ਨੂੰ ਮੁਫਤ ਮਿਲਣਗੀਆਂ ਕੋਵਿਡ-19 ਦੀਆਂ ਦਵਾਈਆਂ। ਰੂਸ ਤੇ ਪਾਬੰਦੀਆਂ ਲਗਵਾਉਣ ਦੀ ਹੋਈ ਚਰਚਾ। ਬਾਈਡਨ ਨਾਲ ਗੱਲਬਾਤ ਕਰਨ ਤੋਂ ਬਾਅਦ ਬੋਲੇ ਜ਼ੈਲੈਂਸਕੀ। ਯੂਕਰੇਨ ਵਿੱਚ ਭਾਰਤੀਆਂ ਨੂੰ ਸਲਾਹ, ਹਰ ਹਾਲ ਵਿੱਚ ਸ਼ਹਿਨਈ ਮੈਦਾਇਕਾ ਬਾਰਡਰ ਦੇ ਇਸਤੇਮਾਲ ਤੋਂ ਬਚੋ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੀ ਇੱਕ ਸੰਘੀ ਏਜੰਸੀ ਨੇ ਦੱਸਿਆ ਕਿ ਵਿੱਤੀ ਬਰੇ 2022 ਲਈ ਸੰਸਦ ਵੱਲੋਂ ਤੈਅ 65,000 H1B ਵੀਜ਼ਾ ਸੀਮਾ ਤੱਕ ਪਹੁੰਚਣ ਲਈ ਅਮਰੀਕਾ ਨੂੰ ਲੋੜੀਂਦੀ ਮਾਤਰਾ ਵਿੱਚ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਨੇ। H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ ਦੇ ਖੇਤਰ ਵਿੱਚ ਵਿਸ਼ੇਸ਼ਤਾ ਵਾਲੇ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਆਗਿਆ ਦਿੰਦਾ ਹੈ। ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ ਲਈ ਇਸੇ ਵੀਜ਼ੇ ਤੇ ਨਿਰਭਰ ਰਹਿੰਦੀਆਂ ਨੇ। ਭਾਰਤ ਸਣੇ ਵਿਦੇਸ਼ੀ ਪੇਸ਼ੇਵਰਾਂ ਵਿੱਚ ਇਸ ਵਰਕ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ। ਅਮਰੀਕੀ ਸੰਸਦ ਦੇ ਹੁਕਮਾਂ ਅਨੁਸਾਰ ਅਮਰੀਕਾ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ 65,000 H1B ਵੀਜ਼ਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਸ਼੍ਰੇਣੀਆਂ ਤਹਿਤ 20,000 ਹੋਰ H1B ਵੀਜ਼ਾ ਜਾਰੀ ਕਰ ਸਕਦਾ ਹੈ। ਵੀਜ਼ਾ ਸੰਬੰਧੀ ਸਾਰੀਆਂ ਅਰਜ਼ੀਆਂ ਦੀ ਹਰ ਸਾਲ ਛਾਂਟੀ ਕਰਨ ਵਾਲੀ ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੂੰ ਵਿੱਤੀ ਵਰੇ 2022 ਲਈ ਸੰਸਦ ਵੱਲੋਂ ਤੈਅ 65,000 ਦੀ H1B ਨਿਯਮਿਤ ਸੀਮਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਤਹਿਤ 20,000 H1B ਵੀਜ਼ਾ ਦੀ ਸੀਮਾ ਤੱਕ ਪਹੁੰਚਣ ਲਈ ਲੋੜੀਂਦੀ ਮਾਤਰਾ ਵਿੱਚ ਅਰਜ਼ੀਆਂ ਮਿਲ ਗਈਆਂ ਨੇ। ਉਸਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਜਿਨ੍ਹਾਂ ਬਿਨੇਕਾਰਾਂ ਦੀ ਚੋਣ ਨਹੀਂ ਕੀਤੀ ਗਈ ਹੈ ਉਹਨਾਂ ਨੂੰ ਉਹਨਾਂ ਦੇ ਆਨਲਾਈਨ ਖਾਤਿਆਂ ਰਾਹੀਂ ਇਸ ਸੰਬੰਧੀ ਸੂਚਨਾ ਦਿੱਤੀ ਜਾ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪਹਿਲੇ ਸਟੇਟ ਆਫ ਦੀ ਯੂਨੀਅਨ ਸੰਬੋਧਨ ਵਿੱਚ ਰੂਸ ਦੇ ਹਮਲੇ ਦਾ ਸਾਹਮਣਾ ਕਰਨ ਅਤੇ ਅਮਰੀਕੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਸਹੁੰ ਖਾਧੀ ਹੈ। ਰੂਸ ਤੇ ਯੂਕਰੇਨ ਤੇ ਹਮਲਾ ਕਰਨ ਦਰਮਿਆਨ ਬਾਈਡਨ ਦੇ ਇਸ ਭਾਸ਼ਣ ਦੀ ਮਹੱਤਤਾ ਹੋਰ ਵੱਧ ਗਈ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵੀ ਯੂਕਰੇਨ ਸੰਕਟ ਦੇ ਮੁੱਦੇ ਨਾਲ ਕੀਤੀ। ਉਹਨਾਂ ਸਦਨ ਦੇ ਚੈਂਬਰ ਵਿੱਚ ਮੌਜੂਦ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਖੜੇ ਹੋਣ ਅਤੇ ਯੂਕਰੇਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਨ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਖੜੇ ਹੋ ਗਏ। ਬਾਈਡਨ ਨੇ ਕਿਹਾ, ਆਪਣੇ ਪੂਰੇ ਇਤਿਹਾਸ ਦੌਰਾਨ ਅਸੀਂ ਜੋ ਸਬਕ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹ ਨੂੰ ਆਪਣੇ ਹਮਲੇ ਦੀ ਕੀਮਤ ਅਦਾ ਨਹੀਂ ਕਰਨੀ ਪੈਂਦੀ ਤਾਂ ਉਹ ਵਧੇਰੇ ਅਰਾਜਕਤਾ ਫੈਲਾਉਂਦੇ ਨੇ। ਇਸ ਦੌਰਾਨ ਬਾਈਡਨ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ ਅਤੇ ਕਿਹਾ ਕਿ ਹੋਰ ਦੰਡਕਾਰੀ ਉਪਾਵਾਂ ਦੇ ਨਾਲ ਚੁੱਕਿਆ ਗਿਆ ਹੈ ਇਹ ਕਦਮ ਰੂਸ ਨੂੰ ਕਮਜ਼ੋਰ ਕਰੇਗਾ। ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਸੰਸਦ ਦੇ ਸਾਰੇ ਮੈਂਬਰਾਂ ਨੂੰ ਸਦਨ ਵਿੱਚ ਬੁਲਾਇਆ ਗਿਆ। ਭਾਸ਼ਣ ਤੋਂ ਪਹਿਲਾਂ MP ਬਾਲ ਡੈਮਿੰਗਜ਼ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਵਿੱਚ ਹਰ ਕੋਈ ਜਾਣਦਾ ਹੈ ਕਿ ਦੁਨੀਆ ਵਿੱਚ ਜੋ ਵੀ ਵਾਪਰਦਾ ਹੈ ਉਸ ਦਾ ਇੱਥੇ ਸਿੱਧਾ ਪ੍ਰਭਾਵ ਹੁੰਦਾ ਹੈ। ਇਸ ਵੇਲੇ ਦੀ ਵੱਡੀ ਖਬਰ ਹੁਣੇ ਖਬਰ ਮਿਲੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਿਸੇ ਸਮੇਂ ਵੀ ਹੋ ਸਕਦੇ ਨੇ ਰਿਹਾ। 1996 ਤੋਂ ਜੇਲ੍ਹ 'ਚ ਨੇ ਬੰਦ। ਕੇਂਦਰ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਕੈਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਹੁਣ ਕਿਸੇ ਸਮੇਂ ਵੀ ਰਿਹਾ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਭੁੱਲਰ 1996 ਤੋਂ ਬੰਬ ਧਮਾਕੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਨੇ। ਪਹਿਲਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਮੁਆਫ ਕੀਤੀ ਗਈ ਸੀ ਅਤੇ ਉਹਨਾਂ ਨੂੰ ਕਈ ਵਾਰ ਪੈਰੋਲ ਤੇ ਵੀ ਰਿਹਾ ਕੀਤਾ ਗਿਆ। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਨੇ ਅਪੀਲ ਕੀਤੀ। 2019 ਚ ਭਾਰਤ ਦੀ ਕੇਂਦਰ ਸਰਕਾਰ ਨੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਸੀ, ਪਰ ਮਨਿੰਦਰਜੀਤ ਸਿੰਘ ਬਿੱਟਾ ਦੀ ਇੱਕ ਪਟੀਸ਼ਨ ਕਾਰਨ ਉਹਨਾਂ ਦੀ ਰਿਹਾਈ ਸੁਪਰੀਮ ਕੋਰਟ ਵੱਲੋਂ ਰੋਕ ਦਿੱਤੀ ਗਈ ਸੀ। ਪਿਛਲੇ ਸਮੇਂ ਦੌਰਾਨ ਦਿੱਲੀ ਅਸੈਂਬਲੀ ਵਿੱਚ ਵੀ ਇਸ ਦੀ ਰਿਹਾਈ ਬਾਰੇ ਗੱਲਬਾਤ ਚੱਲੀ ਸੀ ਅਤੇ ਇਹ ਸੁਣਨ ਵਿੱਚ ਆਇਆ ਸੀ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਤੇ ਕੋਈ ਅਮਲ ਨਹੀਂ ਕੀਤਾ, ਜਿਸ ਦਾ ਸਿੱਖ ਹਲਕੇ ਵਿੱਚ ਬੜਾ ਰੋਸ ਪਾਇਆ ਗਿਆ। ਪਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਹ ਸਪਸ਼ਟੀਕਰਨ ਦਿੱਤਾ ਕਿ ਇਸ ਦਾ ਦਿੱਲੀ ਅਸੈਂਬਲੀ ਨਾਲ ਕੋਈ ਵਾਸਤਾ ਨਹੀਂ ਹੈ, ਸਗੋਂ SRB ਰਾਹੀਂ ਇਹ ਕੇਸ ਪੈਂਡਿੰਗ ਹੈ।
ਇਸ ਸੰਬੰਧੀ ਭਰੋਸੇਯੋਗ ਸੂਤਰਾਂ ਤੋਂ ਹੁਣ ਪਤਾ ਲੱਗਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੁਣ ਕਿਸੇ ਪਲ ਵੀ ਸੰਭਵ ਹੈ। ਪ੍ਰੋਫੈਸਰ ਭੁੱਲਰ ਦੇ ਅਮਰੀਕਾ ਰਹਿੰਦੇ ਭਰਾ ਤਜਿੰਦਰਪਾਲ ਸਿੰਘ ਭੁੱਲਰ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਭੁੱਲਰ ਦੇ ਪਿਤਾ ਅਤੇ ਮਾਸਟਰ ਜੀ ਨੂੰ 90 ਦੇ ਦਹਾਕਿਆਂ ਦੌਰਾਨ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਸੀ। ਕੈਲੀਫੋਰਨੀਆ ਰਹਿੰਦੀ ਉਹਨਾਂ ਦੀ ਮਾਤਾ ਜੀ ਉਪਕਾਰ ਕੌਰ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਉਹ ਅੰਤ ਸਮੇਂ ਤੱਕ ਆਪਣੇ ਪੁੱਤਰ ਦੀ ਰਿਹਾਈ ਲਈ ਪੁਕਾਰ ਕਰਦੇ ਰਹੇ। ਪ੍ਰੋਫੈਸਰ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਵੀ ਉਹਨਾਂ ਦੀ ਰਿਹਾਈ ਲਈ ਕਾਫੀ ਭੱਜ ਦੌੜ ਕੀਤੀ। ਅਮਰੀਕਾ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਹੁਣ ਤੱਕ ਤਾਨਾਸ਼ਾਹ ਵਾਂਗ ਪੇਸ਼ ਆਏ ਨੇ ਅਤੇ ਉਹਨਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਬਾਈਡਨ ਨੇ ਸਪਸ਼ਟ ਕੀਤਾ ਹੈ ਕਿ ਰੂਸ ਤੇ ਪਾਬੰਦੀਆਂ ਦਾ ਸਿਲਸਿਲਾ ਇੱਥੇ ਨਹੀਂ ਰੁਕੇਗਾ। ਭਵਿੱਖ ਵਿੱਚ ਵੀ ਇਸ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਤਾਂ ਕਿ ਰੂਸੀ ਰਾਸ਼ਟਰਪਤੀ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੋ ਸਕੇ। ਆਪਣੇ ਸੰਬੋਧਨ ਵਿੱਚ ਜੋ ਬਾਈਡਨ ਨੇ ਕਿਹਾ ਕਿ ਅਸੀਂ ਸੰਕਟ ਦੀ ਇਸ ਘੜੀ ਵਿੱਚ ਯੂਕਰੇਨ ਦੇ ਨਾਲ ਹਾਂ। ਅਸੀਂ ਰੂਸੀ ਜਹਾਜ਼ਾਂ ਲਈ ਅਮਰੀਕੀ 에ਅਰ ਸਪੇਸ ਬੰਦ ਕਰ ਦਿੱਤਾ ਹੈ। ਅਸੀਂ ਨਾਟੋ ਦੀ ਜ਼ਮੀਨ ਦੇ ਹਰ ਇੰਚ ਦੀ ਰੱਖਿਆ ਕਰਾਂਗੇ। ਉਹਨਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਰੂਸ ਯੂਕਰੇਨ ਤੇ ਹਮਲਾ ਕਰ ਰਿਹਾ ਉਹ ਵਿਸ਼ਵ ਸ਼ਾਂਤੀ ਲਈ ਖਤਰਾ ਹੈ। ਮਾਸਕੋ ਨੇ ਬਿਨਾਂ ਕਿਸੇ ਭੜਕਾਹਟ ਦੇ ਯੂਕਰੇਨ ਤੇ ਹਮਲਾ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਨੇ ਸੋਚਿਆ ਕਿ ਪੱਛਮੀ ਦੇਸ਼ ਅਤੇ ਨਾਟੋ ਪ੍ਰਤੀਕਿਰਿਆ ਨਹੀਂ ਦੇਣਗੇ। ਉਹ ਯੂਰਪ ਨੂੰ ਵੰਡਣਾ ਚਾਹੁੰਦਾ ਸੀ। ਅਸੀਂ ਇਕੱਠੇ ਹਾਂ ਅਤੇ ਰਹਾਂਗੇ। ਯੂਕਰੇਨ ਨੇ ਰੂਸ ਦੇ ਝੂਠ ਦਾ ਸਾਹਮਣਾ ਸੱਚਾਈ ਨਾਲ ਕੀਤਾ। ਬਾਈਡਨ ਨੇ ਕਿਹਾ ਕਿ ਅਮਰੀਕਾ ਦੀ ਫੌਜ ਰੂਸ ਨਾਲ ਟਕਰਾਅ ਨਹੀਂ ਕਰੇਗੀ ਪਰ ਰੂਸ ਨੂੰ ਮਨਮਾਨੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਤੇ ਸਖਤ ਪਾਬੰਦੀਆਂ ਲਗਾਉਣ ਦੇ ਨਾਲ ਅਸੀਂ ਯੂਕਰੇਨ ਨੂੰ $1 ਬਿਲੀਅਨ ਦੀ ਮਦਦ ਦੇਵਾਂਗੇ। ਬਾਈਡਨ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਰੂਸ ਨੇ ਦੁਨੀਆ ਦੀ ਨੀਂਹ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। ਇਹ ਜੰਗ ਲੋਕਤੰਤਰ ਬਨਾਮ ਤਾਨਾਸ਼ਾਹੀ ਦੀ ਹੈ ਅਤੇ ਤਾਨਾਸ਼ਾਹਾਂ ਨੂੰ ਹਮੇਸ਼ਾ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਪੁਤਿਨ ਅੱਜ ਇੰਨੇ ਇਕੱਲੇ ਹੋ ਚੁੱਕੇ ਨੇ ਜਿੰਨਾ ਪਹਿਲਾਂ ਕਦੇ ਨਹੀਂ ਸਨ। ਅੱਜ 27 ਦੇਸ਼ ਯੂਕਰੇਨ ਦੇ ਨਾਲ ਨੇ। ਰੂਸੀ ਸਟਾਕ ਮਾਰਕੀਟ 40% ਹੇਠਾਂ ਹੈ। ਇਸ ਦਾ ਅਰਥਚਾਰਾ ਢਹਿ ਹੋ ਜਾਏਗਾ। ਬਾਈਡਨ ਨੇ ਕਿਹਾ ਕਿ ਅਮਰੀਕਾ ਯੂਰਪੀ ਸੰਘ ਦੇ ਨਾਲ ਮਿਲ ਕੇ ਕੰਮ ਕਰ ਰਿਹਾ। ਇਸ ਵਿੱਚ ਰੂਸ ਵਿੱਚ ਰਾਜ ਕਰ ਰਹੇ ਲੋਕਾਂ ਦੀਆਂ ਕਿਸ਼ਤੀਆਂ, ਉਹਨਾਂ ਦੇ ਲਗਜ਼ਰੀ ਅਪਾਰਟਮੈਂਟ, ਉਹਨਾਂ ਦੇ ਪ੍ਰਾਈਵੇਟ ਜੈਟ ਯੂਰਪੀ ਸਹਿਯੋਗੀਆਂ ਦਾ ਸਾਥ ਦੇ ਕੇ ਜ਼ਬਤ ਕੀਤੇ ਜਾ ਰਹੇ ਨੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਇਸ ਸਮੇਂ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਪੁਤਿਨ ਵੱਲੋਂ ਯੂਕਰੇਨ ਤੇ ਛੇੜੀ ਗਈ ਜੰਗ ਕਰਕੇ ਰੂਸ ਨੂੰ ਕਮਜ਼ੋਰ ਅਤੇ ਬਾਕੀ ਦੁਨੀਆ ਨੂੰ ਮਜ਼ਬੂਤ ਦੱਸਿਆ ਜਾਏਗਾ। ਬਾਈਡਨ ਨੇ ਕਿਹਾ ਕਿ ਜੰਗ ਖੇਤਰ ਵਿੱਚ ਪੁਤਿਨ ਜ਼ਰੂਰ ਅੱਗੇ ਹੋਣਗੇ ਪਰ ਇਸ ਦੇ ਲਈ ਉਹਨਾਂ ਨੂੰ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਹੈ। ਕੋਰੋਨਾ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਸ ਜੰਗ ਨਾਲ ਨਿਪਟਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਸ਼ੁਰੂ ਤੋਂ ਹੀ ਵਾਇਰਸ ਖਿਲਾਫ ਟੀਕਾਕਰਨ ਇੱਕ ਤਕੜਾ ਹਥਿਆਰ ਰਿਹਾ। ਇਸ ਦੇ ਨਾਲ ਹੀ ਕੋਰੋਨਾ ਨਾਲ ਲੜਨ ਲਈ ਦਵਾਈਆਂ ਵੀ ਬਣ ਗਈਆਂ ਨੇ। ਇਸੇ ਤਹਿਤ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਇੱਕ ਵੱਡੀ ਪਹਿਲ ਕੀਤੀ ਹੈ ਜੋ ਅਮਰੀਕੀਆਂ ਨੂੰ ਇੱਕ ਫਾਰਮੇਸੀ ਵਿੱਚ ਕੋਵਿਡ-19 ਲਈ ਮੁਫਤ ਗੋਲੀਆਂ ਦੇਣ ਦੀ ਆਗਿਆ ਦੇਗੀ। ਰਾਸ਼ਟਰਪਤੀ ਬਾਈਡਨ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਭਾਸ਼ਣ ਦੌਰਾਨ ਕਿਹਾ, ਅਸੀਂ ਟੈਸਟ ਟੂ ਟ੍ਰੀਟ ਸ਼ੁਰੂ ਕਰ ਰਹੇ ਹਾਂ ਤਾਂ ਕਿ ਲੋਕ ਕਿਸੇ ਵੀ ਫਾਰਮੇਸੀ ਵਿੱਚ ਪ੍ਰੀਖਣ ਕਰ ਸਕਣ। ਭਾਵੇਂ ਉਹ ਟੈਸਟ ਦੇ ਬਾਅਦ ਪੋਜ਼ਿਟਿਵ ਆਉਂਦੇ ਹਨ ਤਾਂ ਉਹ ਉਸ ਵੇਲੇ ਐਂਟੀਵਾਇਰਲ ਗੋਲੀਆਂ ਪ੍ਰਾਪਤ ਕਰ ਸਕਦੇ ਨੇ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਦੁਨੀਆ ਦੇ ਕਿਸੇ ਵੀ ਦੇਸ਼ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹੁਕਮ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਫਾਈਜ਼ਰ ਨੂੰ ਇੱਕ ਜੋੜਨ ਤੋਂ ਮਾਰਚ ਵਿੱਚ US ਮਿਲੀਅਨ ਗੋਲੀਆਂ ਤੇ ਅਪ੍ਰੈਲ 'ਚ ਦੁੱਗਣੀ ਤੋਂ ਜ਼ਿਆਦਾ ਗੋਲੀਆਂ ਦੀ ਪੇਸ਼ਕਸ਼ ਕਰੇਗਾ। ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਰੂਸੀ ਵਿਰੋਧੀ ਪਾਬੰਦੀਆਂ ਅਤੇ ਯੂਕਰੇਨ ਨੂੰ ਰੱਖਿਆ ਸਹਾਇਤਾ ਤੇ ਅਮਰੀਕੀ ਅਗਵਾਈ ਤੇ ਚਰਚਾ ਕੀਤੀ ਗਈ। ਸਾਨੂੰ ਜਲਦ ਤੋਂ ਜਲਦ ਹਮਲਾਵਰ ਨੂੰ ਰੋਕਣਾ ਚਾਹੀਦਾ ਹੈ। ਰੂਸ ਵੱਲੋਂ ਹਮਲੇ ਕਰਕੇ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਰੂਸੀ ਹਮਲੇ ਵਿੱਚ ਮੌਤ ਕਿਸ ਕਦਮ ਤੇ ਮਿਲ ਜਾਏ ਕੋਈ ਨਹੀਂ ਜਾਣਦਾ। ਅਜਿਹੇ ਵਿੱਚ ਉੱਥੇ ਫਸੇ ਭਾਰਤੀ ਵੀ ਘਬਰਾਏ ਹੋਏ ਨੇ। ਯੂਕਰੇਨ ਵਿੱਚ ਫਸੇ ਭਾਰਤੀ ਬਾਰਡਰ ਤੱਕ ਆਉਣ ਲਈ ਕਿਸੇ ਵੀ ਰਸਤੇ ਤੋਂ ਨਿਕਲ ਰਹੇ ਨੇ। ਅਜਿਹੇ ਵਿੱਚ ਪੋਲੈਂਡ ਵਿੱਚ ਭਾਰਤੀ ਦੂਤਵਾਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਦੇ ਪੱਛਮੀ ਹਿੱਸੇ ਲਵੀਵ ਤੇ ਟਰਨੋਪਿਲ ਵੱਲੋਂ ਆਉਣ ਵਾਲੇ ਭਾਰਤੀ ਪੋਲੈਂਡ ਆਉਣ ਲਈ ਬੁਡਮਿਰਜ਼ ਬਾਰਡਰ ਦਾ ਹੀ ਇਸਤੇਮਾਲ ਕਰਨ। ਇਸ ਨਾਲ ਬਾਰਡਰ ਕ੍ਰਾਸ ਕਰਨ ਲਈ ਆਸਾਨੀ ਹੋਏਗੀ। ਪੋਲੈਂਡ ਵਿੱਚ ਭਾਰਤੀ ਦੂਤਵਾਸ ਨੇ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਸ਼ਹਿਨਈ ਮੈਦਾਇਕਾ ਬਾਰਡਰ ਦਾ ਇਸਤੇਮਾਲ ਨਾ ਕਰੋ। ਦੂਤਵਾਸ ਨੇ ਐਡਵਾਈਜ਼ਰੀ ਵਿੱਚ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਰਹਿਣ ਵਾਲੇ ਭਾਰਤੀ ਬੁਡਮਿਰਜ਼ ਬਾਰਡਰ ਦੇ ਚੈੱਕ ਪੁਆਇੰਟ ਤੇ ਐਂਟਰੀ ਕਰਨ ਕਿਉਂਕਿ ਇਸ ਤੋਂ ਪਹਿਲਾਂ ਪੋਲੈਂਡ ਵਿੱਚ ਦਾਖਲ ਹੋਣਾ ਸੌਖਾ ਹੋਏਗਾ।
ਸ਼ਹਿਨਈ ਮੇਦਾਇਕਾ ਬਾਰਡਰ ਮੁਖਤਾਲਤਨ ਬਹੁਤ ਜ਼ਿਆਦਾ ਭਰਿਆ ਹੋਇਆ ਹੈ। ਉੱਥੇ ਐਂਟਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਦੂਤਵਾਸ ਨੇ ਅੱਗੇ ਕਿਹਾ ਕਿ ਜੋ ਬੁਡਮਿਰਜ਼ ਚੈੱਕ ਪੁਆਇੰਟ ਤੇ ਨਹੀਂ ਆ ਪਾ ਰਹੇ ਤਾਂ ਦੱਖਣ ਵਿੱਚ ਹੰਗਰੀ ਜਾਂ ਰੋਮਾਨੀਆ ਬਾਰਡਰ ਤੋਂ ਆ ਸਕਦੇ ਨੇ। ਐਮਬੈਸੀ ਨੇ ਕਿਹਾ ਕਿ ਸ਼ਹਿਨਾਈ ਮੇਦਾਇਕਾ ਬਾਰਡਰ ਤੇ ਭਾਰੀ ਅਧਿਕਾਰੀ ਤਾਇਨਾਤ ਨੇ। ਇਹ ਅਧਿਕਾਰੀ ਯੂਕਰੇਨ ਤੋਂ ਖਾਲੀ ਹੋਏ ਭਾਰਤੀਆਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਨੇ। ਇਹ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਨੂੰ ਰਾਹ ਸੌਖਾ ਕਰਨਗੇ। ਐਮਬੈਸੀ ਨੇ ਕਿਹਾ ਕਿ ਜਿਹੜੇ ਭਾਰਤੀ ਪੋਲੈਂਡ ਵਿੱਚ ਕਿਸੇ ਹੋਰ ਬਾਰਡਰ ਤੋਂ ਐਂਟਰੀ ਕਰ ਰਹੇ ਨੇ ਅਤੇ ਉੱਥੇ ਭਾਰਤੀ ਅਧਿਕਾਰੀ ਨਹੀਂ ਹਨ ਤਾਂ ਘਬਰਾਓ ਨਹੀਂ। ਉੱਥੇ ਰਜੇਸ਼ ਜ਼ਾ ਦੇ ਹੋਟਲ ਪ੍ਰਾਜ਼ਾਈਕੀ ਆਉਣ। ਉੱਥੇ ਹਰ ਤਰ੍ਹਾਂ ਦੀਆਂ ਵਿਵਸਥਾਵਾਂ ਨੇ। ਤੁਹਾਨੂੰ ਉੱਥੋਂ ਆਪਰੇਸ਼ਨ ਗੰਗਾ ਦੇ ਤਹਿਤ ਚੱਲ ਰਹੇ ਜਹਾਜ਼ਾਂ ਤੱਕ ਦੇਸ਼ ਵਾਪਸੀ ਲਈ ਭੇਜਿਆ ਜਾਏਗਾ। ਕਿਸੇ ਤਰ੍ਹਾਂ ਹੋਟਲਾਂ ਤੱਕ ਪਹੁੰਚੋ। ਉੱਥੇ ਤੁਹਾਡੇ ਲਈ ਹਰ ਤਰ੍ਹਾਂ ਦੀ ਵਿਵਸਥਾ ਹੈ। ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਹੋਟਲ ਪਹੁੰਚਦੇ ਹੀ ਕਿਰਾਇਆ ਦੇ ਦਿੱਤਾ ਜਾਏਗਾ। ਮੰਗਲਵਾਰ ਨੂੰ ਯੂਕਰੇਨ ਤੇ ਰੂਸ ਦੇ ਹਮਲੇ ਦਾ 6ਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਕਈ ਸ਼ਹਿਰਾਂ ਤੇ ਬੰਬਾਰੀ ਕਰ ਰਹੀ ਹੈ ਤੇ ਸੜਕਾਂ ਤੇ ਗੋਲਾਬਾਰੀ ਕਰ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਰੂਸੀ ਬਲ ਕੀਵ ਅਤੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਉੱਤਰ ਪੂਰਬੀ ਸ਼ਹਿਰ ਖਾਰਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਰਸਟੋਵਿਚ ਨੇ ਇੱਕ ਟੈਲੀਵਿਜ਼ਨ ਬ੍ਰੀਫਿੰਗ ਵਿੱਚ ਦੱਸਿਆ ਕਿ ਰੂਸੀ ਸੈਨਿਕਾਂ ਨੇ ਰਾਤੋਂ ਰਾਤ ਕੀਵ, ਖਾਰਕਿਵ ਅਤੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਬੰਬਾਰੀ ਕੀਤੀ ਸੀ। ਜਵਾਬ ਵਿੱਚ ਯੂਕਰੇਨ ਦੀ ਫੌਜ ਨੇ ਰਾਜਧਾਨੀ ਦੇ ਆਲੇ-ਦੁਆਲੇ ਰੂਸੀ ਫੌਜੀ ਜਹਾਜ਼ਾਂ ਨੂੰ ਗੋਲੀ ਮਾਰ ਦਿੱਤੀ। ਐਰਸਟੋਵਿਚ ਨੇ ਕਿਹਾ ਕਿ ਮੌਜੂਦਾ ਸਥਿਤੀ ਕਾਬੂ ਹੇਠ ਹੈ। ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਟੈਲੀਵਿਜ਼ਨ ਟਾਵਰ ਉੱਤੇ ਮਿਜ਼ਾਈਲੀ ਹਮਲਾ ਕਰ ਕੀਤਾ ਹੈ। ਘਟਨਾ ਦੇ ਵੇਰਵੇ ਦਿੰਦੇ ਹੋਏ ਯੂਕਰੇਨ ਦੇ ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨ ਨੇ ਕਿਹਾ ਕਿ ਰੂਸ ਸੰਭਾਵਤ ਤੌਰ ਤੇ ਇਸ ਦੇ ਸੰਕੇਤ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਇਸ ਦੇ ਨਾਲ ਹੀ ਖਾਰਕੀਵ ਦੇ ਰਿਹਾਇਸ਼ੀ ਇਲਾਕੇ ਤੇ ਰੂਸੀ ਹਵਾਈ ਹਮਲੇ 'ਚ 8 ਮਾਰੇ ਗਏ ਹਨ। ਚੀਨ ਨੇ ਮੰਗਲਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਤਾਇਵਾਨ ਦੀ ਸੁਤੰਤਰਤਾ ਦਾ ਸਮਰਥਨ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਯੂਕਰੇਨ ਤੇ ਰੂਸੀ ਫੌਜ ਦੀ ਤਰ੍ਹਾਂ ਸਵੈ ਸ਼ਾਸਨ ਤਾਇਵਾਨ ਤੇ ਚੀਨੀ ਹਮਲੇ ਦੇ ਖਦਸ਼ੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭੇਜਿਆ ਗਿਆ ਸਾਬਕਾ ਅਮਰੀਕੀ ਰੱਖਿਆ ਅਧਿਕਾਰੀਆਂ ਦਾ ਇੱਕ ਵਫਦ ਤਾਈਪੇ ਪਹੁੰਚਿਆ ਹੈ, ਜਿਸ ਦੇ ਚੱਲਦੇ ਚੀਨ ਨੇ ਅਮਰੀਕਾ ਨੂੰ ਇਹ ਚੇਤਾਵਨੀ ਦਿੱਤੀ ਹੈ। ਤਾਇਵਾਨ ਦੀ ਮੀਡੀਆ ਦੀ ਰਿਪੋਰਟ ਮੁਤਾਬਕ ਤਾਇਵਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕੀ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਮਾਈਕ ਮੁਲੇਨ ਦੀ ਅਗਵਾਈ ਵਿੱਚ ਪਹੁੰਚੇ 5 ਮੈਂਬਰੀ ਵਫਦ ਦੀ ਅਗਵਾਈ ਕੀਤੀ ਹੈ। ਅਮਰੀਕਾ ਵੱਲੋਂ ਤਾਇਵਾਨ ਨਾਲ ਸੰਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਨੇ ਬੀਜਿੰਗ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਤਾਇਵਾਨ ਤੇ ਆਪਣਾ ਦਾਅਵਾ ਜਤਾਉਂਦਾ ਰਿਹਾ। ਹਾਲ ਦੇ ਮਹੀਨਿਆਂ 'ਚ ਚੀਨ ਲਗਾਤਾਰ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ ਆਪਣੇ ਲੜਾਕੂ ਜਹਾਜ਼ ਭੇਜਦਾ ਰਿਹਾ। ਮੁਲੇਨ ਦੀ ਯਾਤਰਾ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਬੁੱਧਵਾਰ ਨੂੰ ਤਾਇਵਾਨ ਪਹੁੰਚ ਸਕਦੇ ਨੇ। ਅਮਰੀਕੀ ਵਫਦ ਦੀ ਯਾਤਰਾ ਨਾਲ ਜੁੜੇ ਸਵਾਲ ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਬਾਬਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਦੇ ਲੋਕ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਨੂੰ ਲੈ ਕੇ ਦ੍ਰਿੜ ਰੂਸ ਨੇ ਯੂਕਰੇਨ ਦੇ ਖਾਰਕੀਵ ਵਿੱਚ ਫਿਰ ਤੋਂ ਹਮਲਾ ਕੀਤਾ। ਦੱਸਿਆ ਜਾ ਰਿਹਾ ਕਿ ਇਹ ਮਿਜ਼ਾਈਲੀ ਹਮਲਾ ਰਿਹਾਇਸ਼ੀ ਖੇਤਰ ਵਿੱਚ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਖਾਰਕੀਵ ਵਿੱਚ ਰੂਸੀ 에ਅਰ ਸਟ੍ਰਾਈਕ ਤੋਂ ਬਾਅਦ ਕਰਫਿਊ ਲਗਾਇਆ ਗਿਆ। ਖਾਰਕੀਵ ਵਿੱਚ ਰੂਸ ਦੇ ਹਮਲੇ ਲਗਾਤਾਰ ਜਾਰੀ ਨੇ। ਕਰਫਿਊ ਸ਼ਾਮ 4 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਲੋਕਾਂ ਦੇ ਸੜਕ ਤੇ ਨਿਕਲਣ ਅਤੇ ਕਾਰ ਦਾ ਇਸਤੇਮਾਲ ਕਰਨ ਤੇ ਰੋਕ ਲਗਾਈ ਗਈ ਹੈ। ਨਾਗਰਿਕਾਂ ਨੂੰ ਸਾਵਧਾਨ ਰਹਿਣ ਤੇ ਸਾਇਰਨ ਵੱਜਣ ਲਈ ਸ਼ੈਲਟਰ ਵਿੱਚ ਜਾਣ ਲਈ ਕਿਹਾ ਗਿਆ। ਰੂਸ ਦਾ ਯੂਕਰੇਨ ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਆਪਰੇਸ਼ਨ ਗੰਗਾ ਵਿੱਚ 에ਅਰ ਫੋਰਸ ਵੀ ਸ਼ਾਮਲ ਹੋ ਗਈ ਹੈ। 에ਅਰ ਫੋਰਸ ਦਾ ਟਰਾਂਸਪੋਰਟ ਜਹਾਜ਼ C-17 ਬੁੱਧਵਾਰ ਸਵੇਰੇ 4 ਵਜੇ ਹਿੰਡਸ 에ਅਰਵੇਜ਼ ਤੋਂ ਰਵਾਨਾ ਹੋਇਆ। ਇਸ ਜਹਾਜ਼ ਰੋਮਾਨੀਆ ਪਹੁੰਚਿਆ। ਮੰਨਿਆ ਜਾ ਰਿਹਾ ਹੈ ਕਿ ਆਪਣੀ ਪਹਿਲੀ ਉਡਾਣ ਵਿੱਚ ਹੀ 400 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਇਹ ਜਹਾਜ਼ 에ਅਰਲਿਫਟ ਕਰਕੇ ਬੁੱਧਵਾਰ ਸ਼ਾਮ ਤੱਕ ਭਾਰਤ ਲਿਆ ਸਕਦਾ ਹੈ। ਇਸੇ ਵਿਚਾਲੇ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਫਲਾਈਟ ਦਿੱਲੀ ਪਹੁੰਚੀ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ 에ਅਰਪੋਰਟ ਤੇ ਯਾਤਰੀਆਂ ਦਾ ਸਵਾਗਤ ਕੀਤਾ। ਦੂਜੇ ਪਾਸੇ ਆਪਰੇਸ਼ਨ ਗੰਗਾ ਦੀ ਨਿਗਰਾਨੀ ਲਈ ਰੋਮਾਨੀਆ ਦੀ ਬੁਖਾਰੇਸਟ ਪਹੁੰਚੇ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਉੱਥੇ ਉਡੀਕ ਕਰ ਰਹੇ ਭਾਰਤੀਆਂ ਨਾਲ ਗੱਲ ਕੀਤੀ ਹੈ। ਉਹ ਰੋਮਾਨੀਆ ਦੇ ਮੋਲਡੋਵਾ ਦੇ ਰਾਜਦੂਤ ਨੂੰ ਵੀ ਮਿਲੇ ਨੇ। ਸਿੰਧੀਆ ਨੇ ਦੱਸਿਆ ਕਿ ਮੋਲਡੋਵਾ ਦੀ ਬਾਰਡਰ ਵੀ ਭਾਰਤੀਆਂ ਲਈ ਖੋਲ੍ਹ ਦਿੱਤੀ ਗਈ ਹੈ। ਉੱਥੇ ਪਹੁੰਚਣ ਵਾਲੇ ਭਾਰਤੀਆਂ ਦੇ ਠਹਿਰਨ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਹੈ। ਇਸੇ ਵਿਚਾਲੇ ਪੋਲੈਂਡ ਤੋਂ ਭਾਰਤੀਆਂ ਨੂੰ ਲੈ ਕੇ ਪਹਿਲੀ ਫਲਾਈਟ ਰਵਾਨਾ ਹੋ ਗਈ ਹੈ। ਆਪਰੇਸ਼ਨ ਗੰਗਾ ਤਹਿਤ ਰਾਤ 1:30 ਵਜੇ ਯੂਕਰੇਨ ਵਿੱਚ ਫਸੇ 218 ਭਾਰਤੀਆਂ ਨੂੰ ਲੈ ਕੇ 에ਅਰ ਇੰਡੀਆ ਦੀ ਫਲਾਈਟ ਬੁਖਾਰੇਸਟ ਤੋਂ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਅਸ਼ਵਨੀ ਨੇ ਦਿੱਲੀ 에ਅਰਪੋਰਟ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਕੁੱਲ 7 ਫਲਾਈਟਾਂ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਆਪਣੇ ਦੇਸ਼ ਪਹੁੰਚਣਗੀਆਂ। ਐਪਲ ਨੇ ਰੂਸ ਵਿੱਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਤੇ ਹਮਲੇ ਕਾਰਨ ਅਜਿਹਾ ਫੈਸਲਾ ਲੈਣ ਵਾਲੀ ਐਪਲ ਸਭ ਤੋਂ ਵੱਡੀ ਕੰਪਨੀਆਂ ਵਿੱਚੋਂ ਇੱਕ ਹੈ। ਐਪਲ ਤੋਂ ਇਲਾਵਾ ਊਰਜਾ ਕੰਪਨੀ ਐਕਸੌਨ ਮੋਬਿਲ ਨੇ ਵੀ ਆਪਣੇ ਸੰਚਾਲਨ ਨੂੰ ਰੋਕਣ ਅਤੇ ਰੂਸ ਵਿੱਚ ਨਿਵੇਸ਼ ਰੋਕਣ ਦਾ ਐਲਾਨ ਕੀਤਾ। ਆਈਫੋਨ ਨਿਰਮਾਤਾ ਨੇ ਕਿਹਾ ਕਿ ਉਹ ਰੂਸੀ ਹਮਲੇ ਤੋਂ ਬਹੁਤ ਚਿੰਤਤ ਨੇ ਅਤੇ ਹਿੰਸਾ ਦੇ ਪੀੜਤਾਂ ਦੇ ਨਾਲ ਖੜੇ ਨੇ। ਇਸ ਦੇ ਨਾਲ ਹੀ ਰੂਸ ਵਿੱਚ ਐਪਲ ਪੇ ਅਤੇ ਐਪਲ ਮੈਪ ਵਰਗੀਆਂ ਸੇਵਾਵਾਂ ਨੂੰ ਵੀ ਸੀਮਿਤ ਕਰ ਦਿੱਤਾ ਗਿਆ ਹੈ। ਗੂਗਲ ਨੇ ਰੂਸ ਦੇ ਸਰਕਾਰੀ ਸਹਾਇਤਾ ਪ੍ਰਾਪਤ ਮੀਡੀਆ ਆਰਟੀ ਨੂੰ ਵੀ ਆਪਣੀਆਂ ਵਿਸ਼ੇਸ਼ਤਾਵਾਂ ਤੋਂ ਹਟਾ ਦਿੱਤਾ ਹੈ। ਰੂਸ ਦੇ BTV ਬੈਂਕ ਵਰਗੀਆਂ ਐਪਾਂ ਹੁਣ ਐਪਲ ਦੇ iOS ਆਪਰੇਟਿੰਗ ਸਿਸਟਮ ਵਿੱਚ ਰੂਸੀ ਭਾਸ਼ਾ 'ਚ ਨਹੀਂ ਚੱਲ ਸਕਣਗੀਆਂ। ਰੋਮਾਨੀਆ ਵਿੱਚ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਸਪਸ਼ਟ ਕੀਤਾ ਹੈ ਕਿ ਯੂਕਰੇਨ ਤੋਂ ਨਿਕਾਸੀ ਤੋਂ ਬਾਅਦ ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਲੋੜ ਨਹੀਂ ਹੈ। ਭਾਰਤੀ ਦੂਤਘਰ ਨੇ ਟਵੀਟ ਕੀਤਾ, ਅਸੀਂ ਯੂਕਰੇਨ ਤੋਂ ਨਿਕਾਸੀ ਤੋਂ ਬਾਅਦ ਰੋਮਾਨੀਆ ਵਿੱਚ ਅਜੇ ਸ਼ਰਨ ਵਾਲੇ ਭਾਰਤੀ ਵਿਦਿਆਰਥੀਆਂ ਤੋਂ ਕੁਝ ਸਵਾਲ ਮਿਲੇ ਨੇ ਕਿ ਕੀ ਕੁਝ ਦਿਨਾਂ ਵਿੱਚ ਵੀਜ਼ੇ ਦੀ ਲੋੜ ਦੇ ਮੱਦੇਨਜ਼ਰ ਉਹ ਉੱਥੋਂ ਬਾਹਰ ਨਿਕਲ ਸਕਣਗੇ। ਦੂਤਘਰ ਨੇ ਕਿਹਾ ਕਿ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਤੋਂ ਬਾਹਰ ਨਿਕਲਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਯੁੱਧਗ੍ਰਸਤ ਦੇਸ਼ ਦਾ ਹਵਾਈ ਖੇਤਰ ਬੰਦ ਹੋਣ ਦੇ ਕਾਰਨ ਭਾਰਤ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗਦੀਆਂ ਉਸ ਦੀਆਂ ਸਰਹੱਦੀ ਚੌਂਕੀਆਂ ਰਾਹੀਂ ਉੱਥੋਂ ਬਾਹਰ ਕੱਢ ਰਿਹਾ। ਯੂਕਰੇਨ ਦੇ ਇਨ੍ਹਾਂ ਗੁਆਂਢੀ ਦੇਸ਼ਾਂ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਭਾਰਤੀਆਂ ਨੂੰ ਦੇਸ਼ ਵਾਪਸ ਲਿਜਾਇਆ ਜਾ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਅਗਲੇ 2-3 ਦਿਨਾਂ ਦੇ ਅੰਦਰ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ 26 ਜਹਾਜ਼ ਉਡਾਨ ਭਰਨਗੇ। ਸਰਕਾਰ ਨੇ ਕਿਹਾ ਕਿ ਕੀਵ ਵਿੱਚ ਹੁਣ ਕੋਈ ਵੀ ਭਾਰਤੀ ਨਹੀਂ ਹੈ। ਯੂਕਰੇਨ ਦੇ ਖਾਰਕਿਵ ਵਿੱਚ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੇ ਮਾਰੇ ਜਾਣ ਤੋਂ ਬਾਅਦ ਸਰਕਾਰ ਨੇ ਫਸੇ ਭਾਰਤੀਆਂ ਨੂੰ ਲਿਆਉਣ ਲਈ ਕਵਾਇਦ ਤੇਜ਼ ਕਰ ਦਿੱਤੀ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਉਹਨਾਂ ਵਿਦਿਆਰਥੀਆਂ ਨੂੰ ਲਿਆਉਣ ਲਈ 26 ਜਹਾਜ਼ ਭੇਜੇ ਨੇ ਜੋ ਯੂਕਰੇਨ ਤੋਂ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ਾਂ ਵਿੱਚ ਆ ਗਏ ਨੇ। ਮੰਗਲਵਾਰ ਨੂੰ ਭਾਰਤ ਸਰਕਾਰ ਦੇ ਮੰਤਰੀਆਂ ਦੀ ਵਿਸ਼ੇਸ਼ ਬੈਠਕ ਹੋਈ ਸੀ ਜਿਸ ਵਿੱਚ ਯੂਕਰੇਨ ਸੰਕਟ ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਤੋਂ ਬਾਅਦ ਸ਼੍ਰਿੰਗਲਾ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਪਰੇਸ਼ਨ ਗੰਗਾ ਅਭਿਆਨ ਤਹਿਤ 8 ਮਾਰਚ ਤੱਕ 46 ਉਡਾਣਾਂ ਉਪਲਬਧ ਹੋਣਗੀਆਂ। ਇਹਨਾਂ ਵਿੱਚੋਂ 29 ਬੁਖਾਰੇਸਟ ਤੋਂ, 10 ਬੁਡਾਪੇਸਟ ਤੋਂ, 6 ਪੋਲਿਸ਼ ਸ਼ਹਿਰ ਗਾਇਜ਼ੋ ਤੋਂ ਅਤੇ 1 ਸਲੋਵਾਕੀਆ ਤੋਂ ਉਡਾਣ ਭਰਨਗੇ। ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਸੂਸੀ ਵਿੱਚ ਸ਼ਾਮਲ ਖੁਫੀਆ ਅਧਿਕਾਰੀ ਹੋਣ ਦੇ ਦੋਸ਼ ਹੇਠ ਸੋਮਵਾਰ ਨੂੰ ਕੱਢਣ ਦਾ ਐਲਾਨ ਕੀਤਾ। ਉਧਰ ਰੂਸ ਨੇ ਹਮਲੇ ਨੂੰ ਵਿਰੋਧੀ ਕਾਰਵਾਈ ਕਰਾਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦਾ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਅਮਰੀਕਾ ਦੇ ਸਮਝੌਤਿਆਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੀ ਤਰਜਮਾਨ ਓਲੀਵੀਆ ਡੈਲਟਨ ਨੇ ਕਿਹਾ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਸਥਾਈ ਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਰੂਸੀ ਮਿਸ਼ਨ ਦੇ 12 ਖੁਫੀਆ ਆਪਰੇਟਿਵਜ਼ ਜਿਨ੍ਹਾਂ ਨੇ ਅਮਰੀਕਾ ਵਿੱਚ ਮਿਲੀ ਨਾਗਰਿਕਤਾ ਦਾ ਫਾਇਦਾ ਲੈਂਦੇ ਹੋਏ ਜਸੂਸੀ ਗਤੀਵਿਧੀਆਂ 'ਚ ਸ਼ਮੂਲੀਅਤ ਕੀਤੀ ਨੂੰ ਕੱਢਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਮਿਸ਼ਨ ਨੇ ਕਿਹਾ, ਅਸੀਂ ਇਹ ਕਾਰਵਾਈ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਤੇ ਸਮਝੌਤੇ ਮੁਤਾਬਕ ਕਰ ਰਹੇ ਹਾਂ। ਇਹ ਕਾਰਵਾਈ ਕਈ ਮਹੀਨਿਆਂ ਤੋਂ ਜਾਰੀ ਸੀ। ਉਧਰ ਇਸ ਮਾਮਲੇ ਵਿੱਚ ਰੂਸ ਦੇ ਰਾਜਦੂਤ ਵੈਸਲੀ ਨੈਬੈਂਜ਼ੀਆ ਦੀ ਪ੍ਰਤੀਕਿਰਿਆ ਜਾਣਨ ਬਾਰੇ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਅਨੁਸਾਰ ਰੂਸੀ ਅਧਿਕਾਰੀ ਜਸੂਸੀ ਵਿੱਚ ਸ਼ਾਮਲ ਸਨ। ਉਹਨਾਂ ਨੇ ਕਿਹਾ ਜਦੋਂ ਵੀ ਉਹ ਕਿਸੇ ਵਿਅਕਤੀ ਨੂੰ ਕੱਢਦੇ ਹਨ ਤਾਂ ਇਹੀ ਬਹਾਨਾ ਬਣਾਉਂਦੇ ਨੇ, ਉਹ ਇਹੀ ਇੱਕ ਦਿਨ ਸਪਸ਼ਟੀਕਰਨ ਦਿੰਦੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਰੂਸ ਨਾਲ ਸੰਘਰਸ਼ ਕਰ ਰਹੇ ਨੇ। ਯੂਕਰੇਨ ਦੇ ਗੁਆਂਢੀ ਅਤੇ ਬ੍ਰਿਟੇਨ ਦੇ ਯੂਰਪੀ ਸਹਿਯੋਗੀ ਪੋਲੈਂਡ ਅਤੇ ਐਸਟੋਨੀਆ ਦੇ ਦੌਰੇ ਲਈ ਮੰਗਲਵਾਰ ਨੂੰ ਰਵਾਨਾ ਹੋ ਗਏ। ਪੋਲੈਂਡ ਵਿੱਚ ਜੌਨਸਨ ਪ੍ਰਧਾਨ ਮਾਟਿਊਜ਼ ਮੋਰੀਵੀਕੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਐਸਟੋਨੀਆ ਦੀ ਯਾਤਰਾ ਤੇ ਜਾਣਗੇ। ਜੌਨਸਨ ਨੇ ਕਿਹਾ ਕਿ ਮੈਂ ਪੋਲੈਂਡ ਅਤੇ ਐਸਟੋਨੀਆ ਦਾ ਦੌਰਾ ਕਰਾਂਗਾ, ਦੋ ਦੇਸ਼ ਜੋ ਯੂਕਰੇਨ ਦੇ ਮੌਜੂਦ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਅਸੀਂ ਅਜਿਹੀਆਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਾਂ ਜਿਨ੍ਹਾਂ ਦੀ ਰੱਖਿਆ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਮਾਨਵਤਾਵਾਦ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਜੌਨਸਨ ਯੂਰਪੀ ਸੁਰੱਖਿਆ ਤੇ ਸਥਿਰਤਾ ਤੇ ਚਰਚਾ ਕਰਨ ਲਈ ਐਸਟੋਨੀਆਈ ਪ੍ਰਧਾਨ ਮੰਤਰੀ ਕਾਜਾ ਕੈਲਾਸ ਅਤੇ ਐਸਟੋਨੀਆਈ ਰਾਸ਼ਟਰਪਤੀ ਅਲਾਰ ਕਾਰਿਸ ਨਾਲ ਵੀ ਮੁਲਾਕਾਤ ਕਰਨਗੇ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਲਿਜ਼ ਟਰਸ ਦੁਆਰਾ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਰੂਸ ਖਿਲਾਫ ਹੋਰ ਸਖਤ ਪਾਬੰਦੀਆਂ ਦੀ ਰੂਪਰੇਖਾ ਤਿਆਰ ਕੀਤੇ ਜਾਣ ਤੋਂ ਬਾਅਦ
ਜੌਨਸਨ ਦੀ ਇਹ ਯਾਤਰਾ ਹੋ ਰਹੀ ਹੈ। ਸਟੇਟ ਅਸੈਂਬਲੀ ਵਿੱਚ ਨਿਊ ਜਰਸੀ ਸੂਬੇ ਵਿੱਚ ਜਰਸੀ ਸਿਟੀ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਭਾਰਤੀ ਅਮਰੀਕੀ ਡੈਮੋਕ੍ਰੇਟ ਰਾਜ ਮੁਖਰਜੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 32ਵੇਂ ਜ਼ਿਲ੍ਹੇ ਵਿੱਚ ਰਾਜ ਦੀ ਸੈਨੇਟ ਲਈ ਚੋਣ ਲੜਨਗੇ। 37 ਸਾਲਾ ਮੁਖਰਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਸੈਂਬਲੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਅਤੇ ਨਿਊ ਜਰਸੀ ਦੇ ਗਵਰਨਮੈਂਟ ਫਿਲ ਮਰਫੀ ਅਤੇ ਜਰਸੀ ਸਿਟੀ ਦੇ ਮੇਅਰ ਸਟੀਵਨ ਫਲੋਪ, ਸਟੇਟ ਸੇਨ, ਬ੍ਰਾਈਕ ਸਟੈਕ ਅਤੇ ਹੋਬਾਕੇਨ ਨਿਊ ਜਰਸੀ ਦੇ ਇੱਕ ਪਹਿਲੇ ਭਾਰਤੀ ਪੰਜਾਬੀ ਅਮਰੀਕੀ ਮੇਅਰ ਰਵੀ ਭੱਲਾ ਤੋਂ ਪਹਿਲਾਂ ਹੀ ਸਮਰਥਨ ਪ੍ਰਾਪਤ ਕਰ ਚੁੱਕੇ ਨੇ। ਮੁਖਰਜੀ ਨੇ 18 ਫਰਵਰੀ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੇਰੇ ਛੋਟੇ ਬੇਟੇ ਲਿਓ ਅਤੇ ਛੋਟੀ ਧੀ ਲਿਆਨਾ ਲਈ ਇੱਕ ਚਮਕਦਾਰ ਕੱਲ੍ਹ ਨੂੰ ਸੁਰੱਖਿਅਤ ਕਰਨ ਦੇ ਟੀਚੇ ਨੇ ਸਾਡੇ ਰਾਜ ਲਈ ਲੜਦੇ ਰਹਿਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ। ਇਸ ਲਈ ਮੈਂ ਨਿਮਰਤਾ ਨਾਲ ਜਰਸੀ ਸਿਟੀ ਅਤੇ ਹੋਬਾਕਨ ਦੇ ਲੋਕਾਂ ਨੂੰ ਇਸ ਵਾਰ ਸੈਨੇਟ ਵਿੱਚ ਮੈਨੂੰ ਵਿਧਾਨ ਸਭਾ ਵਿੱਚ ਜਿਤਾਉਣ ਲਈ ਕਹਿ ਰਿਹਾ ਹਾਂ। ਕੈਨੇਡਾ ਦੇ ਕਲੂਨਾ ਸ਼ਹਿਰ ਵਿੱਚ ਬਤੌਰ ਸੁਰੱਖਿਆ ਗਾਰਡ ਤੈਨਾਤ ਜ਼ਿਲ੍ਹੇ ਦੇ ਪਿੰਡ ਸੈਦੋਵਾਲਾ ਦੀ ਰਹਿਣ ਵਾਲੀ 24 ਸਾਲਾ ਹਰਮਨਦੀਪ ਕੌਰ ਨਾਂ ਮੁਟਿਆਰ ਉੱਤੇ ਇੱਕ ਅੰਗਰੇਜ਼ ਨੇ ਰੋਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਹਾਲਾਤ ਨਾਜ਼ੁਕ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਲੜਕੀ 3 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ, ਜਿਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਹਰਮਨਦੀਪ ਕੌਰ 3 ਸਾਲ ਪਹਿਲਾਂ ਪੜ੍ਹਾਈ ਲਈ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਮਿਲ ਗਈ। ਹਰਮਨਦੀਪ ਕੌਰ ਸ਼ਨੀਚਰਵਾਰ ਨੂੰ ਆਪਣੀ ਡਿਊਟੀ ਤੇ ਸੀ। ਇਸ ਦੌਰਾਨ ਇੱਕ ਬਦਮਾਸ਼ ਅੰਗਰੇਜ਼ ਆਇਆ, ਜਿਸ ਨੇ ਉਸ ਦੇ ਸਿਰ ਤੇ ਲੋਹੇ ਦੀ ਰਾੜ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ 'ਚ ਹਰਮਨਦੀਪ ਕੌਰ ਪੂਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਕੋਨਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸਿਕਿਉਰਿਟੀ ਗਾਰਡ ਲੜਕੀ ਦੇ ਪਰਿਵਾਰਕ ਮੈਂਬਰ ਸੈਲਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਕੌਰ ਨੇ 2-3 ਮਹੀਨੇ ਪਹਿਲਾਂ ਹੀ ਕੈਨੇਡਾ ਦੀ PR ਮਿਲੀ ਸੀ। 4 ਮਾਰਚ ਨੂੰ ਉਸ ਦੇ ਪਿਤਾ ਬਲਜੀਤ ਸਿੰਘ ਤੇ ਮਾਤਾ ਦੋਵੇਂ ਮਿਲਣ ਕੈਨੇਡਾ ਜਾ ਰਹੇ ਸਨ, ਪਰ ਮੰਗਲਵਾਰ ਨੂੰ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਧੀ ਦੀ ਅੰਗਰੇਜ਼ ਵੱਲੋਂ ਕੀਤੇ ਗਏ ਹਮਲੇ 'ਚ ਮੌਤ ਹੋ ਗਈ ਹੈ। ਯੂਕਰੇਨ ਦੇ ਸ਼ਰਨਾਰਥੀ ਇਟਲੀ ਵਿੱਚ ਆਉਣੇ ਸ਼ੁਰੂ ਹੋ ਗਏ ਨੇ। ਇਹਨਾਂ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਹਨ। ਰੂਸ ਵੱਲੋਂ ਹਮਲਾ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਤੋਂ ਹੀ ਲੋਕ ਯੂਕਰੇਨ ਛੱਡਣ ਅਤੇ ਹੋਰਨਾਂ ਦੇਸ਼ਾਂ ਵੱਲ ਜਾਣੇ ਸ਼ੁਰੂ ਹੋ ਗਏ ਨੇ। ਇਹ ਲੋਕ ਇਮੇਲੀਆ ਰੋਮਾਨਾ, ਤਰਨਾਤੋ, ਵਿੰਤੋ ਅਤੇ ਫੋਰਲੀ ਵਨੇਸ਼ੀਆ, ਜੂਲੀਆ ਅਤੇ ਸ਼ਰਨਾਰਥੀਆਂ ਵੱਲੋਂ ਰਜਿਸਟਰਡ ਕੀਤੇ ਗਏ ਹਨ। ਸੋਮਵਾਰ 50 ਲੋਕਾਂ ਨਾਲ ਭਰੀ ਬੱਸ ਇਟਲੀ ਦੇ ਸ਼ਹਿਰ ਤਰਿਸਤੇ ਪਹੁੰਚੀ ਹੈ। ਇਹ ਸ਼ਰਨਾਰਥੀ ਇਟਲੀ ਵਿੱਚ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨਾਲ ਰਹਿਣ ਲਈ ਪੁੱਜੇ ਨੇ। ਜ਼ਿਆਦਾਤਰ ਉੱਤਰ ਵਿੱਚ ਮਿਲਾਨ, ਬਰੇਸ਼ੀਆ ਅਤੇ ਵਿਚੈਂਜ਼ਾ ਜਾ ਰਹੇ ਹਨ, ਜਦਕਿ ਕੁਝ ਰੋਮ ਵੱਲ ਜਾ ਰਹੇ ਸਨ। ਇੱਕ ਹੋਰ ਬੱਸ 40 ਦੇ ਕਰੀਬ ਔਰਤਾਂ ਤੇ ਉਹਨਾਂ ਦੇ ਬੱਚਿਆਂ ਸਮੇਤ ਵਿਚੈਂਜ਼ਾ ਵਿਖੇ ਪਹੁੰਚੀ ਹੈ। ਇਹਨਾਂ ਨਾਲ ਇੱਕ 9 ਮਹੀਨੇ ਦਾ ਬੱਚਾ ਵੀ ਸੀ। ਇਟਲੀ ਦੀ ਗ੍ਰਹਿ ਮੰਤਰੀ ਲੂਸੀਆਨਾ ਨੇ ਕਿਹਾ ਹੈ ਕਿ ਏਕਾ ਹਮੇਸ਼ਾ ਸਾਡੇ ਯੂਰੋਪੀਅਨ ਏਜੰਡੇ ਦਾ ਇੱਕ ਨਿਸ਼ਚਿਤ ਬਿੰਦੂ ਰਿਹਾ ਹੈ ਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਹਮੇਸ਼ਾ ਅੱਗੇ ਆਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।